ਇਟਸ ਅ ਮੈਟਰ ਆਫ ਡੇ ਆਰ ਟੂ ਸਾਡਾ ਜਿਹੜਾ ਕੈਂਡੀਡੇਟ ਹੈਗਾ ਉਹ ਅਨਾਉਂਸ ਹੋ ਜਾਣਾ। ਕੋਈ ਲੰਬੀ ਚੌੜੀ ਗੱਲ ਨਹੀਂ ਹੈਗੀ, ਕਿਉਂਕਿ ਇਹ ਜਿਹੜੀਆਂ ਕੋਈ ਤਾਂ ਪਰਿਵਾਰਕ ਪਾਰਟੀ ਹੈ, ਕੋਈ ਦੂਸਰੀਆਂ ਪਾਰਟੀਆਂ ਨੇ। ਸਾਡੀ ਜਿਹੜੀ ਪਾਰਟੀ ਹੈਗੀ ਹੈ ਉਹ ਜਿਹੜਾ ਸਾਡਾ ਸੈਂਟਰਲ ਪਾਰਲੀਮੈਂਟ ਬੋਰਡ ਹੈਗਾ ਉੱਥੋਂ ਜਿਹੜੇ ਨਾਮ ਉਹ ਨਿਕਲਦੇ ਨੇ। ਕੋਈ ਬੰਦੇ ਨੂੰ ਕਿਸੇ ਨੂੰ ਕੋਈ ਅਖਤਿਆਰ ਨਹੀਂ ਹੈਗਾ ਕਿ ਉਸ ਤੋਂ ਬਿਨਾਂ ਕੋਈ ਬੰਦੇ ਦੀ ਅਨਾਉਂਸਮੈਂਟ ਹੋਵੇ, ਪਰ ਹੋ ਜਾਏਗੀ ਇੱਕ ਅੱਧੇ ਦਿਨ 'ਚ। ਇਹ ਮੀਟਿੰਗਾਂ ਚੱਲ ਰਹੀਆਂ ਨੇ, ਇੱਕ ਅੱਧੇ ਦਿਨ ਦੀ ਗੱਲ ਹੈਗੀ। ਠੀਕ ਹੈ। ਦੂਜੀ ਗੱਲ, ਮੈਂ ਬੜਾ ਹੈਰਾਨ ਹੈ, ਮਿੱਤਲ ਸਾਹਿਬ ਨੇ ਮੰਨਿਆ ਹੈ ਕਿ ਜੀ ਸਿਮਰਨਜੀਤ ਸਿੰਘ ਮਾਨ ਦਾ ਕੱਦ ਇਹਨਾਂ ਨਾਲੋਂ ਤਾਂ ਬਹੁਤ ਵੱਡਾ ਹੈ, ਤੇ ਜਿਸ ਕਰਕੇ ਲੋਕਾਂ ਨੇ ਉਹਨੂੰ ਚੁਣ ਲਿਆ ਤੇ ਇਹਨਾਂ ਦਾ 3 ਮਹੀਨਿਆਂ ਦੀ ਸਰਕਾਰ ਦੇ ਵਿੱਚ ਹੀ ਚਾਲ ਹੈ ਗਿਆ। ਇਦੋਂ ਮਾੜੀ ਕੋਈ ਗੱਲ, ਕਿਉਂਕਿ ਇੱਕ ਤਾਂ ਬਾਈ ਇਲੈਕਸ਼ਨ ਚਾਹੇ ਕਦੋਂ ਵੀ ਹੋਵੇ ਕਿਸੇ ਵੀ ਸਰਕਾਰ ਦੇ ਵਿੱਚ, ਉਹ ਬਾਈ ਇਲੈਕਸ਼ਨ ਲੋਕ ਮੰਨ ਕੇ ਚੱਲਦੇ ਆ ਕਿ ਜਿਹੜੀ ਰੂਲਿੰਗ ਪਾਰਟੀ ਆ ਉਹੀ ਜਿੱਤਦੀ ਹੈ। ਤੇ ਦੂਜੀ ਗੱਲ ਇਹ ਤੁਸੀਂ ਦੇਖੋ ਵੀ ਅਜੇ ਮਿਊਨਿਸਪਲ ਇਲੈਕਸ਼ਨ ਸਾਡੀਆਂ ਕਦੋਂ ਦੀਆਂ ਡਿਊ ਨੇ। ਇਹਨਾਂ ਦਾ ਹੌਸਲਾ ਨਹੀਂ ਪਿਆ ਵੀ ਇਹ ਮਿਊਨਿਸਪਲ ਇਲੈਕਸ਼ਨਸ ਨੂੰ ਅਨਾਉਂਸ ਕਰ ਦੇਣ। ਇਹ ਤਾਂ ਇਹਨਾਂ ਦੇ ਉੱਪਰੋਂ ਮਾਰ ਪੈ ਗਈ। ਚਲੋ ਚੌਧਰੀ ਸੰਤੋਖ ਸਿੰਘ ਬਹੁਤ ਵਧੀਆ ਬੰਦੇ ਸੀ, ਉਹ ਚਲੇ ਗਏ ਤੇ ਇਲੈਕਸ਼ਨ ਕਮਿਸ਼ਨ ਨੇ ਅਨਾਉਂਸ ਕਰਤੀ। ਨਹੀਂ ਤਾਂ ਇਹ ਤਾਂ ਇੰਨਾ ਭੱਜਦੇ ਨੇ ਇਲੈਕਸ਼ਨਾਂ ਤੋਂ, ਇਹਨਾਂ ਕੋਲੇ ਕੋਈ ਗੱਲ ਦੱਸਣ ਨੂੰ ਕਹਿਣ ਨੂੰ ਹੈ ਹੀ ਨਹੀਂ ਹੈ। ਤੇ ਹੋਰ ਤੁਸੀਂ ਦੇਖੋ ਜਿਹੜੇ ਆਹ 92 ਇਹਨਾਂ ਦੇ ਹੀਰੇ ਚੁਣੇ ਹੋਏ ਸੀਗੇ, ਉਹਨਾਂ ਦੇ ਵਿੱਚੋਂ ਤਾਂ ਇੱਕ ਵੀ ਹੀਰਾ ਨਹੀਂ ਲੱਭਿਆ ਜਿਹੜਾ ਇਸ ਕੰਮ ਦੇ ਵਿੱਚ ਫਿੱਟ ਆ ਜੇ। ਤੇ ਜਿਹੜੇ ਇਹਨਾਂ ਦੇ ਆਪਦੇ ਲੀਡਰ ਹੈਗੇ ਨੇ ਉਹਨਾਂ ਦੇ ਵਿੱਚੋਂ ਨਹੀਂ ਕੋਈ ਇਹਨਾਂ ਨੂੰ ਲੱਭਿਆ ਕੋਈ ਬੰਦਾ ਵੀ ਅਸੀਂ ਇਹਨੂੰ ਨੋਮੀਨੇਟ ਕਰ ਦਈਏ ਇੱਥੋਂ ਇਲੈਕਸ਼ਨ ਵਾਸਤੇ। ਇਦੋਂ ਮਾੜੀ ਸਥਿਤੀ ਕੀ ਹੋ ਸਕਦੀ ਹੈ, ਉਹ ਵੀ ਰੂਲਿੰਗ ਪਾਰਟੀ ਦੀ, ਜਿਹੜੀ ਕਹਿੰਦੀ ਹੈ ਵੀ ਅਸੀਂ ਪੰਜਾਬ ਦੇ ਵਿੱਚੋਂ ਇੰਨੇ ਵੱਡੇ ਬਹੁਮਤ ਦੇ ਨਾਲ ਜਿੱਤ ਕੇ ਆਏ, ਤੇ ਉਹ ਕਿੰਨੇ ਕੰਗਾਲ ਹੋ ਗਏ ਤੇ ਕੀ ਇਹਨਾਂ ਨੂੰ ਕਰਨਾ ਪੈ ਰਿਹਾ। ਤੇ ਹੋਰ ਤੁਸੀਂ ਦੇਖੋ ਜਿਹੜਾ 1 ਸਾਲ ਦੀ ਕਿਹੜੀ ਗਿਣਤੀ ਗਿਣਾਣਗੇ, ਚਾਹੇ ਸਿੱਧੂ ਮੂਸੇਵਾਲ ਤੋਂ ਲੈ ਕੇ ਕਤਲੋਗਾਰਤ ਹੋ ਗਈ, ਜੇਲ੍ਹਾਂ 'ਚ ਹੋ ਗਈ, ਇੰਟਰਵਿਊਜ਼ ਆ ਗਈਆਂ, ਉਹ ਕਹਿੰਦੇ ਜੀ ਬਠਿੰਡੇ ਨਹੀਂ ਹੋਈ। ਸਾਹਿਬ ਉਹ ਇਹੀ ਜ਼ਿਕਰ ਕਰ ਰਹੇ, ਕਹਿੰਦੇ ਉਸ ਸਮੇਂ ਤਾਂ 3 ਮਹੀਨੇ ਹੋਏ ਸੀ, ਸਾਡੇ ਕੋਲ ਕੁਝ ਦਿਖਾਉਣ ਨੂੰ ਨਹੀਂ ਸੀ ਰਿਪੋਰਟ ਕਾਰਡ। ਹੁਣ 1 ਸਾਲ ਹੋ ਗਿਆ, ਸਾਡੇ ਕੋਲ ਰਿਪੋਰਟ ਕਾਰਡ ਹੈ, ਲੋਕਾਂ ਨੇ ਤਾਂ ਹੀ ਵੋਟ ਕਰਨੀ ਹੈ ਸਾਨੂੰ। ਗੌਰਵ ਜੀ, ਮੈਂ ਉਹ ਰਿਪੋਰਟ ਕਾਰਡ ਦੀ ਜ਼ਿਕਰ ਕਰ ਰਿਹਾ ਸੀ। ਰਿਪੋਰਟ ਕਾਰਡ ਬਣ ਗਿਆ 1 ਸਾਲ ਦੇ ਵਿੱਚ ਕਿ ਸਿੱਧੂ ਮੂਸੇਵਾਲ ਤੋਂ ਲੈ ਕੇ ਕਿੰਨੇ ਕਤਲ ਹੋ ਗਏ, ਜੇਲ੍ਹਾਂ ਦੇ ਵਿੱਚ ਕਤਲ ਹੋ ਗਏ, ਗੈਂਗਸਟਰ ਦੀਆਂ ਇੰਟਰਵਿਊਜ਼ ਆ ਗਈਆਂ, ਐਕਸਟੋਰਸ਼ਨ ਸ਼ੁਰੂ ਹੋ ਗਈਆਂ, ਦਿਨ ਦਿਹਾੜੇ ਲੁੱਟਾਂ ਖੁੱਟਾਂ ਹੋ ਗਈਆਂ। ਫਿਰ ਇਹਨਾਂ ਦੀ ਜਿਹੜੀ ਐਕਸਾਈਜ਼ ਪਾਲਿਸੀ ਹੈ ਉੱਥੋਂ ਵਾਲੀ, ਉਹਦੇ ਤੇ ਕਿਸ ਕੁਐਸਚਨ ਲੱਗ ਗਿਆ। ਅੱਜ ਤੋਂ ਇਹ ਤੁਸੀਂ ਦੇਖੋ ਵੀ ਇਹ ਗੱਲ ਕਰਦੇ ਆ ਕਿ ਅਸੀਂ ਜ਼ੀਰੋ ਟੋਲਰੈਂਸ ਫਾਰ ਕਰਪਸ਼ਨ, ਤੇ ਅੱਜ ਵੀ ਕੇਜਰੀਵਾਲ ਨੇ ਸਤਿੰਦਰ ਜੈਨ ਤੇ ਮਨੀਸ਼ ਸੋਧੀਆ ਜੀ ਦਾ ਵੀ ਜ਼ਿਕਰ ਕੀਤਾ, ਜਿਨ੍ਹਾਂ ਨੂੰ ਅਜੇ ਤੱਕ ਬੇਲ ਨਹੀਂ ਹੋਈ, ਔਰ ਉਹ ਬਹੁਤ ਡੂੰਘੇ ਜਾ ਚੁੱਕੇ। ਔਰ ਜਦੋਂ ਇਹ ਉੱਥੋਂ ਕੁਝ ਨਿਕਲਣਾ ਹੈਗਾ, ਉਹਦਾ ਜਿਹੜਾ ਜਿਹੜੀ ਗਾਜ ਹੈਗੀ ਆ ਉਹ ਪੰਜਾਬ ਤੇ ਵੀ ਗਿਰਨੀ ਹੈ, ਕਿਉਂਕਿ ਇੱਥੇ ਵੀ ਉਹੀ ਕੁਝ ਹੋਇਆ ਜੋ ਦਿੱਲੀ ਦੀ ਐਕਸਾਈਜ਼ ਪਾਲਿਸੀ 'ਚ ਹੋਇਆ। ਤੇ ਬਾਕੀ ਤੁਸੀਂ ਦੱਸੋ ਇਹਨਾਂ ਨੇ ਕੀਤਾ ਕੀ ਹੈਗਾ, ਕਿਹੜਾ ਮੂੰਹ ਲੈ ਕੇ ਜਾਣਗੇ? ਇੱਕ ਸਿਰਫ ਕਰਜ਼ਾ ਲੈ ਕੇ ਲੋਕਾਂ ਦਾ ਬਿੱਲ ਨਹੀਂ ਆਇਆ ਜਿਹੜਾ ਇਹ ਕਹਿ ਰਹੇ ਨੇ, ਤੇ ਉਹ ਤਾਂ ਤੁਸੀਂ ਜਿੰਨਾ ਮਰਜ਼ੀ ਕਰਜ਼ਾ ਚੁੱਕ ਲਓ, ਚਾਹੇ 5 ਸਾਲ ਹੀ ਚਲਾਈ ਜਾਓ। ਪਰ ਗੱਲ ਇਹ ਹੈਗੀ ਹੈ ਕਿ ਤੁਸੀਂ ਕਿੰਨਾ ਤੁਹਾਡੀ ਆਮਦਨ ਹੈ, ਕਿੰਨਾ ਤੁਹਾਡਾ ਖਰਚਾ। ਇੱਕ ਵਾਈਟ ਪੇਪਰ ਕਿਉਂ ਨਹੀਂ ਲਿਆਉਂਦੇ? ਵਾਈਟ ਪੇਪਰ ਲੈ ਕੇ ਆ। ਤੇ ਜਿਹੜਾ ਇਹ ਕਹਿੰਦੇ ਸੀ ਵੀ ਅਸੀਂ ਤਾਂ ਜੀ 50,000 ਕਰੋੜ ਰੁਪਇਆ ਜੇਬ 'ਚ ਪਾ ਕੇ ਚੱਲਦੇ ਆ, ਉਹ ਕਿੱਧਰ ਗਿਆ? 50,000 ਕਿੱਧਰ ਗਈ? ਉਹ ਮਾਈਨਿੰਗ ਕਾਰਪੋਰੇਸ਼ਨ ਕਿੱਧਰ ਗਿਆ ਜਿਹੜਾ ਬਾਕੀ ਚੀਜ਼ਾਂ ਤੋਂ ਇਹਨਾਂ ਨੇ ਕੱਢਣਾ ਸੀ? ਇਹ ਟੋਟਲੀ ਲਿਫਟ ਨੇ। ਫਿਰ ਇਹਨਾਂ ਦੇ ਡਬਲ ਸਟੈਂਡਰਡ ਨੇ। ਜਦੋਂ ਆਪਦੇ ਦੀ ਗੱਲ ਆਉਂਦੀ ਹੈ, ਚਾਹੇ ਉਹ ਵਿਜੇ ਸਿੰਘਲਾ ਹੈ, ਚਾਹੇ ਉਹ ਸਰਾਰੀ ਹੈ, ਚਾਹੇ ਕੋਈ ਆਪਣਾ ਜਿਹੜਾ ਉਹ ਨੌਵਾ ਰਤਨ ਸੀਗਾ MLA ਹੈ ਜਾਂ ਹੋਰ ਹੈਗੇ, ਉਦੋਂ ਇਹਨਾਂ ਦੇ ਡਬਲ ਸਟੈਂਡਰਡ ਹੋ ਜਾਂਦੇ। ਤੇ ਜਦੋਂ ਦੂਜਿਆਂ ਦੀ ਗੱਲ ਕਰਦੇ ਉਦੋਂ ਪਿਕ ਐਂਡ ਚੂਜ਼ ਵੀ ਕਰਦੇ ਆ, ਫਿਰ ਓਪਰਚੁਨਿਟੀਜ਼ ਵੀ ਦੇਖਦੇ ਨੇ। ਇਹ ਗੱਲਾਂ ਨੂੰ ਲੋਕ ਭਲੀ ਭਾਂਤ ਸਮਝਦੇ ਨੇ। ਔਰ ਮੈਂ ਇਹ ਕਹਾਂਗਾ ਕਿ ਕੋਈ ਖਾਸ ਕਾਰਡ ਹੈ ਨਹੀਂ। ਜੇ ਕਾਰਡ ਹੁੰਦਾ ਨਾ, ਫਿਰ ਇਹ ਚਾਹੇ ਕਿਸੇ ਬੰਦੇ ਨੂੰ ਜਿਹਨੂੰ ਮਰਜ਼ੀ ਖੜਾ ਕਰ ਦਿੰਦੇ, ਉਹ ਕਾਰਡ ਬੋਲਣਾ। ਕਾਰਡ ਹੈ ਨਹੀਂ, ਇਸ ਕਰਕੇ ਇਹ ਪੋਚਿੰਗ ਕਰ ਰਹੇ ਆ ਇਧਰੋਂ ਉਧਰੋਂ। ਜੇ ਕਾਰਡ ਹੁੰਦਾ ਤਾਂ ਚਾਹੇ ਮੇਰੇ ਵਰਗੇ ਨੂੰ ਖੜਾ ਕਰ ਦਿੰਦੇ, ਉਹਨੇ ਵੀ ਇਲੈਕਸ਼ਨ ਜਿੱਤ ਜਾਣ। ਕਾਰਡ ਕੋਡ ਹੈ ਨਹੀਂ, ਕੁਝ ਨਹੀਂ ਕੀਤਾ ਲੋਕਾਂ ਨੂੰ। ਠੀਕ ਹੈ, ਚਲੋ ਸਰ ਆਪਾਂ ਜਵਾਬ ਲੈ ਲਈਏ, ਤੁਹਾਡਾ ਪੁਆਇੰਟ ਆ ਗਿਆ। ਲੇਕਿਨ ਬੀਜੇਪੀ ਦੇ ਕੈਂਡੀਡੇਟ ਦਾ ਵੀ, ਜਿਹੜੇ ਬੀਜੇਪੀ ਦੇ ਵਰਕਰ ਜਾਂ ਫਿਰ ਬੀਜੇਪੀ ਨੂੰ ਵੋਟ ਕਰਨ ਵਾਲੇ ਲੋਕ ਨੇ, ਜਿਹੜੇ ਤੁਹਾਡੇ ਕਾਡਰ ਜਾਂ ਵੋਟਰ ਨੇ, ਉਹ ਵੀ ਇੰਤਜ਼ਾਰ ਕਰ ਰਹੇ ਹੋਣਗੇ ਕਿ ਤੁਸੀਂ ਕਦੋਂ ਤੇ ਕਿਹੜਾ ਉਮੀਦਵਾਰ ਮੈਦਾਨ 'ਚ ਉਤਾਰਦੇ ਹੋ। ਇੰਦਰ ਇਕਬਾਲ ਅਟਵਾਲ ਦੀ ਬਹੁਤ ਚਰਚਾ ਹੋਈ, ਪਰ ਨਾਮ ਹਜੇ ਤੱਕ ਅਨਾਉਂਸ ਨਹੀਂ ਹੋਇਆ। ਗੋਵਿੰਦਰ ਮਿੱਤਲ ਜੀ, ਇੱਕ ਇੱਕ ਕਰਕੇ ਜਵਾਬ ਦਿਓ। ਪੁਆਇੰਟ ਨੰਬਰ 1, ਅੰਮ੍ਰਿਤ ਗਿੱਲ ਜੀ ਕਹਿ ਰਹੇ ਨੇ ਕਿ ਤੁਸੀਂ ਡਰਾਉਣ ਦੀ ਕੋਸ਼ਿਸ਼ ਕਰ ਰਹੇ ਹੋ। ਇਲੈਕਸ਼ਨ ਦੇ ਬਿਲਕੁਲ ਅੱਗੇ ਆ ਕੇ ਇਹ 2 ਮਹੀਨੇ ਬਾਅਦ ਵੀ ਸੰਮਨ ਕਰ ਸਕਦੇ ਸੀ। ਤੁਹਾਨੂੰ ਲੱਗਦਾ ਕਿ ਤੁਸੀਂ ਹਾਰ ਰਹੇ ਹੋ? ਬਸ ਉਹੀ ਤਰੀਕਾ ਕਿ ਚੰਨੀ ਨੂੰ ਸੰਮਨ ਕਰ ਦਿਓ ਔਰ ਹੋ ਸਕਦਾ ਕਿ ਗ੍ਰਿਫਤਾਰ ਵੀ ਕਰ ਲਓ। ਨਹੀਂ, ਦੇਖੋ ਗੱਲ ਇਹ ਆ, ਅੰਮ੍ਰਿਤ ਗਿੱਲ ਜੀ ਨੇ ਬੜੀਆਂ ਗੱਲਾਂ ਕੀਤੀਆਂ। ਸਭ ਤੋਂ ਪਹਿਲਾਂ ਮੈਂ ਬਾਜਵਾ ਸਾਹਿਬ ਨੂੰ ਵੀ ਸੁਣ ਰਿਹਾ ਸੀ, ਜਿਹੜੇ ਇਹਨਾਂ ਦੇ LOP ਨੇ, ਕਿ ਉਹ ਚੰਨੀ ਸਾਹਿਬ ਨੂੰ ਨੋਟਿਸ ਕਰਤਾ ਜੀ ਅਸੀਂ ਕਾਗਜ਼ ਭਰਨੇ ਨੇ ਤੇ 1-2 ਦਿਨ ਦੇ ਵਿੱਚ, ਤੇ ਇਸ ਕਰਕੇ ਵਿਜੀਲੈਂਸ ਜਿਹੜਾ ਹੈਗਾ ਸਰਕਾਰ ਡਰਾ ਰਹੀ ਹੈ ਵਿਜੀਲੈਂਸ ਦੇ ਰਾਹੀਂ। ਤੇ ਅੰਮ੍ਰਿਤ ਗਿੱਲ ਵੀ ਜਿਹੜੇ ਹੈਗੇ ਨੇ ਉਹੀ ਗੱਲ ਕਰ ਰਹੇ ਨੇ। ਸਭ ਤੋਂ ਪਹਿਲੀ ਗੱਲ ਤਾਂ ਇਹ ਆ ਕਿ ਅਗਰ ਮੈਂ ਬਾਜਵਾ ਸਾਹਿਬ ਦੀ
ਦੀ ਗੱਲ ਕਰਾਂ ਕਿ ਤੁਸੀਂ ਨੋਮੀਨੇਸ਼ਨ ਅਗਰ ਭਰਨੀ ਹੈ, ਨੋਮੀਨੇਸ਼ਨ ਪੇਪਰ ਭਰਨੇ ਨੇ, ਤੇ ਇਹ ਵਿਜੀਲੈਂਸ ਨੇ ਕੋਈ ਚਰਨਜੀਤ ਸਿੰਘ ਚੰਨੀ ਨੂੰ ਕੋਈ ਗ੍ਰਿਫਤਾਰ ਨਹੀਂ ਕੀਤਾ, ਸਿਰਫ ਇੱਕ ਨੋਟਿਸ ਦੇ ਕੇ ਉਹਨਾਂ ਨੂੰ ਬੁਲਾਇਆ ਕਿ ਤੁਸੀਂ ਆਓ ਤੇ ਤੁਹਾਡੀ ਇਨਵੈਸਟੀਗੇਸ਼ਨ ਜਿਹੜੀ ਹੈਗੀ ਸ਼ੁਰੂ ਕੀਤੀ ਜਾ ਰਹੀ ਹੈ। ਡਰਾ ਰਹੇ ਹੋ? ਨਹੀਂ, ਦੇਖੋ ਬਾਜਵਾ ਸਾਹਿਬ ਦੀ ਗੱਲ ਸੁਣ ਲਓ, ਮੈਡਮ ਦੀ ਗੱਲ ਸੁਣ ਲਓ, ਕਿਸੇ ਨੇ ਇਹ ਨਹੀਂ ਕਿਹਾ ਕਿ ਚੰਨੀ ਬੇਕਸੂਰ ਨੇ। ਇਹ ਕਹਿੰਦੇ ਜੀ ਇਹ ਕਾਰਵਾਈ 2 ਮਹੀਨੇ ਬਾਅਦ ਵੀ ਹੋ ਸਕਦੀ ਸੀ, ਇਹਦਾ ਮਤਲਬ ਉਹ ਦੋਸ਼ੀ ਤਾਂ ਹੈਗੇ ਨੇ। ਤੇ ਇਹਨੇ ਤਾਂ ਕਦੇ ਕਿਹਾ ਕਿ ਬੇਗੁਨਾਹ ਨੇ ਹੋ ਜੀ, ਸਰਕਾਰ ਗਲਤ ਸਮਝ ਕਰ ਰਹੀ ਹੈ। ਇਹ ਤਾਂ ਕਹਿੰਦੇ ਜੀ 2 ਮਹੀਨੇ ਬਾਅਦ ਸੱਦ ਲੈਂਦੇ। ਇਹ ਤਾਂ ਇਸ ਗੱਲ ਨੂੰ ਖੜੇ ਕਿ ਇਲੈਕਸ਼ਨ ਦੇ ਸਿਰ ਤੇ ਸਾਨੂੰ ਕਿਉਂ ਸੱਦਿਆ। ਇਹਨਾਂ ਨੂੰ ਪਤਾ ਕਿ ਚੋਰੀਆਂ ਤੇ ਡਾਕੇ ਚਰਨਜੀਤ ਸਿੰਘ ਚੰਨੀ ਨੇ ਮਾਰੇ ਨੇ। ਤੁਸੀਂ ਇਲੈਕਸ਼ਨ ਨਾਲ ਨਹੀਂ ਜੋੜਦੇ। ਦੇਖੋ ਚੰਨੀ ਇੱਕ ਵੱਡਾ ਦਲਿਤ ਚਿਹਰਾ ਤਾਂ ਪੰਜਾਬ ਦਾ ਹੈਗੇ ਨੇ, ਸੀਐਮ ਦੇ ਅਹੁਦੇ ਤੱਕ ਪਹੁੰਚ ਗਏ। ਨਹੀਂ ਦੇਖੋ ਬਿਲਕੁਲ ਪਹੁੰਚ ਗਏ। ਉਹ ਰਿਜ਼ਰਵ ਸੀਟ ਹੈ, ਉੱਥੇ ਵਲਟੋਹਾ ਸਾਹਿਬ ਜ਼ਿਕਰ ਕਰ ਰਹੇ ਸੀ ਕਿ ਸ਼ਾਇਦ ਸਭ ਤੋਂ ਜ਼ਿਆਦਾ ਆਬਾਦੀ ਦਲਿਤ ਭਾਈਚਾਰੇ ਦੀ ਹੋਵੇ, ਔਰ ਤੁਸੀਂ ਸਾਬਕਾ ਸੀਐਮ ਨੂੰ ਸਮਨ ਕਰ ਰਹੇ ਹੋ, ਵਿਜੀਲੈਂਸ ਸਾਬਕਾ ਸੀਐਮ ਨੂੰ ਸਮਨ ਕਰ ਰਹੀ ਹੈ। ਦੇਖੋ ਗੱਲ ਕਿਉਂ ਨਾ ਜੋੜਿਆ ਜਾਵੇ ਦੋਵੇਂ ਚੀਜ਼ਾਂ। ਦੇਖੋ ਗੱਲ ਇਹ ਆ, ਚਰਨਜੀਤ ਸਿੰਘ ਚੰਨੀ ਜਿਹੜੇ ਹੈਗੇ ਨੇ ਉਹਨਾਂ ਦਾ ਦਲਿਤ ਭਾਈਚਾਰੇ ਦੇ ਨਾਲ ਕੋਈ ਸੰਬੰਧ ਨਹੀਂ ਹੈ। ਉਹ ਸਿਰਫ ਬਾਈ ਕਾਸਟ ਜ਼ਰੂਰ ਦਲਿਤ ਨੇਗੇ, ਪਰ ਦਲਿਤਾਂ ਨਾਲ ਉਹਨਾਂ ਦੀ ਕੋਈ ਹਮਦਰਦੀ ਨਹੀਂ ਹੈ। ਨਾ ਤਾਂ ਉਹਨਾਂ ਨੇ ਬਾਬਾ ਸਾਹਿਬ ਭੀਮ ਰਾਓ ਅੰਬੇਦਕਰ ਦਾ ਸੰਵਿਧਾਨ ਫੋਲੋ ਕੀਤਾ, ਨਾ ਉਹਨਾਂ ਨੇ ਦਲਿਤਾਂ ਦੇ ਭਲੇ ਲਈ ਜਦੋਂ ਮੁੱਖ ਮੰਤਰੀ ਬਣੇ ਨੇ ਨਾ ਕੋਈ ਉਹਨਾਂ ਨੇ ਕੰਮ ਕੀਤਾ ਹੈਗਾ। ਤੇ ਉਹ ਮੁੱਖ ਮੰਤਰੀ ਨੇ ਜਿਹੜੇ ਕਹਿੰਦੇ ਸੀ 30,000 ਮੁਲਾਜ਼ਮ ਜਿਹੜੇ ਹੈਗੇ ਨੇ ਪੱਕੇ ਕਰਤੇ ਤੇ ਬੋਰਡ ਲਾਤੇ ਜਗ੍ਹਾ ਜਗ੍ਹਾ, ਜਦੋਂ ਬਾਅਦ ਦੇ ਵਿੱਚ ਪਤਾ ਲੱਗਿਆ ਕਹਿੰਦੇ ਜੀ ਗਵਰਨਰ ਸਾਹਿਬ ਨੇ ਫਾਈਲ ਹੀ ਕਲੀਅਰ ਨਹੀਂ ਕੀਤੀ। ਤੇ ਜਦੋਂ ਗਵਰਨਰ ਸਾਹਿਬ ਨੇ ਫਾਈਲ ਕਲੀਅਰ ਨਹੀਂ ਕੀਤੀ ਤੁਸੀਂ ਬੋਰਡ ਕਾਦੇ ਵਾਸਤੇ ਲਾਤੇ। ਤੇ ਚਰਨਜੀਤ ਸਿੰਘ ਚੰਨੀ ਦਲਿਤਾਂ ਦਾ ਹੱਕ ਮਾਰ ਕੇ ਜਿਹੜਾ ਹੈਗਾ ਨਾ ਉਹ ਅੱਗੇ ਵਧੇ ਨੇਗੇ। ਇਸ ਕਰਕੇ ਦਲਿਤਾਂ ਨਾਲ ਉਹਨਾਂ ਨੂੰ ਜੋੜਨ ਦੀ ਕੋਈ ਲੋੜ ਨਹੀਂ ਹੈ, ਜੋ ਮਤਲਬ ਉਹ ਦਲਿਤਾਂ ਦੇ ਹੱਕਾਂ ਦੀ ਪੈਰਵਾਈ ਨਹੀਂ ਕਰ ਸਕਦੇ। ਇਸ ਇਲੈਕਸ਼ਨ ਦੇ ਨਾਲ ਜਿਹੜਾ ਵਿਜੀਲੈਂਸ ਨੇ ਉਹਨਾਂ ਨੂੰ ਤਲਬ ਕੀਤਾ, ਇਸ ਇਲੈਕਸ਼ਨ ਦੇ ਨਾਲ ਉਹਨਾਂ ਦਾ ਕੋਈ ਸੰਬੰਧ ਨਹੀਂ ਹੈ। ਉਹਨਾਂ ਨੇ ਚੋਰੀ ਕੀਤੀ ਹੈ, ਉਹਨਾਂ ਨੇ ਪੰਜਾਬ ਦਾ ਪੈਸਾ ਲੁੱਟਿਆ। ਨਹੀਂ, ਉਹਨਾਂ ਨੇ ਪੰਜਾਬ ਦਾ ਪੈਸਾ ਲੁੱਟਿਆ ਔਰ ਉਹਨਾਂ ਤੋਂ ਹਿਸਾਬ ਲਿਆ ਜਾਏਗਾ। ਠੀਕ ਹੈ ਨਾ ਸਰ, ਉਹ ਤਾਂ ਜਾਂਚ ਦੇ ਵਿੱਚ ਹਾਂ। ਅੰਮ੍ਰਿਤ ਗਿੱਲ ਪਰ ਇਹਨਾਂ ਨੂੰ ਡਰ ਨਹੀਂ ਲੋੜ ਹੈ। ਦੇਖੋ ਬੜਾ ਕਹਿੰਦੇ ਤੁਸੀਂ ਇਹ ਕਹਿ ਰਹੇ ਹੋ 2 ਮਹੀਨੇ ਬਾਅਦ ਸੱਦ ਲਿਓ, ਤੁਸੀਂ ਇਹ ਨਹੀਂ ਕਹਿ ਰਹੇ ਕਿ ਉਹ ਬੇਕਸੂਰ ਹੈ, ਕਿ ਉਹਨਾਂ ਨੂੰ ਸੱਦੀ ਕਿਉਂ ਰਹੇ ਹੋ। ਬੜੀ ਨਮੋਸ਼ੀ ਹੋਈ ਮੈਨੂੰ ਸੁਣ ਕੇ, ਕਿੰਨੀ ਛੋਟੀ ਤੇ ਸੁੰਗੜੀ ਸੋਚ ਦੇ ਮਾਲਕ ਨੇ ਜਿਹੜੇ ਸਪੋਕਸਪਰਸਨ ਬੋਲ ਰਹੇ ਨੇ। ਕਿਉਂ ਅਸੀਂ ਦੇਖੋ ਕਸੂਰ ਬੇਕਸੂਰ ਦੀ ਗੱਲ ਹੀ ਨਹੀਂ ਹੈ, ਗੱਲ ਹੈ ਟਾਈਮਿੰਗ ਦੀ, ਗੱਲ ਹੈ ਪੋਲੀਟੀਕਲ ਵੈਂਡੇਟਾ ਦੀ, ਗੱਲ ਹੈ ਅੱਜ ਇਸ ਮੌਕੇ ਦੀ। ਆਪਾਂ ਹੁਣੀ ਗੱਲ ਕੀਤੀ ਕਿ ਚਰਨਜੀਤ ਸਿੰਘ ਚੰਨੀ ਇੱਕ ਦਲਿਤ ਵੱਡਾ ਚਿਹਰਾ ਉੱਭਰ ਕੇ ਆਏ ਤੇ ਉਹ ਹੈਗੇ ਨੇ, ਉਹ ਸੀਐਮ ਵੀ ਬਣੇ, ਠੀਕ ਹੈ, ਹੀ ਇਜ਼ ਐਕਸ ਸੀਐਮ, ਔਰ ਉਹਨਾਂ ਦੀ ਔਰ ਅਸੀਂ ਹੁਣ ਉਹਨਾਂ ਨੂੰ ਕਹੀਏ ਵੀ ਕਸੂਰਵਾਰ ਨੇ ਬੇਕਸੂਰ ਨੇ। ਆਪਾਂ ਇਹਨਾਂ ਦੇ ਫੌਜਾ ਸਿੰਘ ਸਰਾਰੀ ਜਾਂ ਅਨਮੋਲ ਰਤਨ ਦੀ ਗੱਲ ਕਰੀਏ ਜਿਨ੍ਹਾਂ ਤੇ ਇਨਵੈਸਟੀਗੇਸ਼ਨ ਚੱਲਦੇ ਨੇ, ਇਸ ਮਸਲੇ 'ਚ ਪੈਣਾ ਹੀ ਨਹੀਂਗਾ। ਗੱਲ ਸਿਰਫ ਇੰਨੀ ਹੈ, ਅਸੀਂ ਕਹਿੰਦੇ ਆ ਵੀ ਵਿਜੀਲੈਂਸ ਨੂੰ ਇੱਕ ਹਥਿਆਰ ਦੇ ਰੂਪ ਦੇ ਵਿੱਚ ਵਰਤਿਆ ਜਾ ਰਿਹਾ ਹੈ ਔਰ ਉਹ ਵਰਤ ਰਹੀ ਹੈ ਆਮ ਆਦਮੀ। ਮੇਰਾ ਛੋਟਾ ਜਿਹਾ ਸਵਾਲ ਹੈ ਅਮਰੀਤ ਜੀ, ਬਹੁਤ ਛੋਟਾ ਜਿਹਾ ਸਵਾਲ ਹੈ, ਉਸ ਤੇ ਵੀ ਆਨਸਰ ਕਰ ਦਿਓ। ਤੁਸੀਂ ਕਹਿ ਰਹੇ ਹੋ ਕਿ 2 ਮਹੀਨੇ ਬਾਅਦ ਹੋ ਸਕਦਾ ਹੈ ਕਿ ਜਲੰਧਰ ਬਾਈ ਇਲੈਕਸ਼ਨ ਤੋਂ ਬਾਅਦ ਜਿਹੜੇ ਮਿਊਨਿਸਪਲ ਕਾਰਪੋਰੇਸ਼ਨਸ ਦੇ ਇਲੈਕਸ਼ਨਸ ਨੇ ਐਮਸੀ ਦੇ, ਉਹ ਅਨਾਉਂਸ ਹੋ ਜਾਣ, ਫਿਰ ਤੁਸੀਂ ਕਹੋਗੇ ਕਿ ਉਹ ਨਿਕਲ ਲੈਣ ਦਿਓ, ਫੇਰ ਕਰਿਓ ਸੰਮਨ। ਇਲੈਕਸ਼ਨ ਤਾਂ ਚੱਲਦੇ ਰਹਿਣਗੇ ਨਾ, ਇਹ ਤਾਂ ਦੇਸ਼ ਦੇ ਵਿੱਚ ਸਾਡੇ ਹੈ ਕਿ ਇੱਥੇ ਹਰ ਸਟੇਟ ਦੇ ਵਿੱਚ, ਹਰ ਸੂਬੇ ਦੇ ਵਿੱਚ ਉਸੇ ਤਰੀਕੇ ਨਾਲ ਪੰਜਾਬ ਦੇ ਵਿੱਚ ਵੀ ਕਦੇ ਬਲਾਕ ਸਮਿਤੀ ਦੇ, ਪੰਚਾਇਤਾਂ ਦੇ, ਮਿਊਨਿਸਪਲ ਕਾਰਪੋਰੇਸ਼ਨ ਦੇ, ਕੌਂਸਲਸ ਦੇ, ਇਹ ਸਭ ਇਲੈਕਸ਼ਨ ਤਾਂ ਚੱਲਦੇ ਹੀ ਰਹਿਣੇ। ਦੇਖੋ ਇਸ ਚੀਜ਼ ਨੂੰ ਦੇਖੋ, ਇਲੈਕਸ਼ਨਸ ਦਾ ਕੰਟੀਨਿਊਸ ਪ੍ਰੋਸੈਸ ਹੈ, ਚੱਲਣੇ ਆ 2 ਮਹੀਨਿਆਂ ਬਾਅਦ ਚੱਲਣ, ਬਟ ਰਾਈਟ ਨਾਓ ਐਟ ਦਿਸ ਮੋਮੈਂਟ ਹਰ ਆਪਾਂ ਅੱਜ ਹੁਣੇ ਗੱਲ ਕੀਤੀ, ਹਰ ਪਾਰਟੀ ਦੇ ਲਈ ਬਾਈ ਇਲੈਕਸ਼ਨਸ ਇੰਪੋਰਟੈਂਟ ਨੇ ਔਰ ਦਿਸ ਇਜ਼ ਅ ਸਿੰਗਲ ਬਾਈ ਇਲੈਕਸ਼ਨ ਔਰ ਇਹ ਸਾਡੇ ਲਈ ਇੰਪੋਰਟੈਂਟ ਹੈ ਕਿਉਂਕਿ ਸਾਡੇ ਮੈਂਬਰ ਪਾਰਲੀਮੈਂਟ ਕਾਂਗਰਸ ਦੇ ਪੂਰਵ ਮੈਂਬਰ ਪਾਰਲੀਮੈਂਟ ਗਏ ਨੇ, ਗੁਜ਼ਰੇ ਨੇ, ਉਹਨਾਂ ਦੀ ਸ਼ਹਾਦਤ ਹੋਈ ਹੈ, ਤਾਂ ਸਾਡੇ ਲਈ ਬਹੁਤ ਇੰਪੋਰਟੈਂਟ ਹੈ। ਚੰਨੀ ਜੀ ਸਾਡਾ ਹੀ ਪਾਰਟ ਨੇ ਕਾਂਗਰਸ ਦਾ, ਤੇ ਅਸੀਂ ਕਿਉਂ ਨਾ ਕੁਐਸਚਨ ਮਾਰ ਕੇ ਸਵਾਲ ਚੱਕੀਏ ਇਹਨਾਂ ਦੀ ਮੈਲਾਫਾਈਡ ਇੰਟੈਂਸ਼ਨ ਦੇ ਉੱਤੇ। ਗੱਲ ਤਾਂ ਇਹੀ ਹੈ, ਭਾਵੇਂ 2 ਮਹੀਨਿਆਂ ਬਾਅਦ ਕੁਝ ਵੀ ਹੁੰਦਾ ਹੈ, ਪਰ ਰਾਈਟ ਨਾਓ 2 ਮਹੀਨਿਆਂ ਬਾਅਦ ਅਸੀਂ ਸਵਾਲ ਪੁੱਛਾਂ, ਤੁਸੀਂ ਸਾਨੂੰ ਕਾਊਂਟਰ ਕਰਿਓ ਕਿ ਤੁਸੀਂ ਤੁਹਾਡਾ ਤਾਂ ਹਰ ਵਾਰ ਹੀ ਹੁੰਦਾ, ਬਟ ਰਾਈਟ ਨਾਓ ਠੀਕ ਹੈ। ਚਲੋ ਮੈਂ ਜਵਾਬ ਲੈ ਲਵਾਂ। ਮਿੱਤਲ ਸਾਹਿਬ ਬਹੁਤ ਛੋਟੀ ਸਟੇਟਮੈਂਟ ਰੱਖਿਓ, ਵਲਟੋਹਾ ਸਾਹਿਬ ਦੇ ਮੁੱਦੇ ਦੇ ਉੱਤੇ ਵੀ, ਉਹਨਾਂ ਦੇ ਪੁਆਇੰਟ ਤੇ ਵੀ ਜਵਾਬ ਦੇ ਦਿਓ। ਉਹ ਕਹਿੰਦੇ ਕਿ ਤੁਸੀਂ 3 ਮਹੀਨੇ ਤੇ ਵਰਸਸ 1 ਸਾਲ ਬੋਲ ਰਹੇ ਹੋ, ਜੋ ਤੁਸੀਂ ਸੋਚ ਰਹੇ ਹੋ ਉਸ ਤੋਂ ਰਿਵਰਸ ਹੈ ਕਿ 3 ਮਹੀਨੇ ਬਾਅਦ ਤਾਂ ਲੋਕਾਂ ਦੇ ਕੋਲ ਸੀਗਾ ਕਿ ਕੋਈ ਗੱਲ ਨਹੀਂ, ਮੌਕਾ ਹੀ 3 ਮਹੀਨੇ ਮਿਲਿਆ, ਵੋਟ ਕਰ ਦਿੰਦੇ। ਹੁਣ ਤਾਂ 1 ਸਾਲ ਦਾ ਪੂਰਾ ਲੇਖਾ ਜੋਖਾ ਹੋਏਗਾ, ਜੋ ਚੰਨੀ ਜੀ ਵੀ ਜ਼ਿਕਰ ਕਰ ਰਹੇ ਸੀ, ਇੱਕ ਤਰੀਕੇ ਨਾਲ ਪੂਰਾ 1 ਸਾਲ ਦੀ ਰਿਪੋਰਟ ਕਾਰਡ ਹੋਏਗਾ ਲੋਕਾਂ ਦੇ ਕੋਲ। ਨਹੀਂ ਦੇਖੋ ਗੱਲ ਇਹ ਆ, ਬਿਰਸਾ ਸਿੰਘ ਬਲਟੋਹਾ ਜੋ ਮਰਜ਼ੀ ਕਹੀ ਜਾਣ, ਮੈਂ ਤਾਂ ਇਹਨਾਂ ਦੇ ਇੱਕ ਸੁਖਬੀਰ ਸਿੰਘ ਪ੍ਰਧਾਨ ਦੀ ਬਾਦਲ ਸਾਹਿਬ ਦੀ ਗੱਲ ਕਰਦਾ। ਨਹੀਂ ਕਹਿੰਦੇ 10 ਮਿੰਟ ਦਾ ਭਾਸ਼ਣ ਹੁੰਦਾ, 8 ਮਿੰਟ ਦੇ ਵਿੱਚ ਸੁਖਬੀਰ ਸਿੰਘ ਬਾਦਲ ਦਾ ਜ਼ਿਕਰ ਹੁੰਦਾ। ਨਹੀਂ ਸੁਖਬੀਰ ਸਿੰਘ ਬਾਦਲ ਕੋਈ ਬਹੁਤ ਵੱਡੀ, ਸੁਖਬੀਰ ਸਿੰਘ ਬਾਦਲ ਕੌਣ ਨੇ? ਸੁਖਬੀਰ ਸਿੰਘ ਬਾਦਲ ਉਸ ਪਾਰਟੀ ਦੇ ਪ੍ਰਧਾਨ ਨੇ ਜਿਨ੍ਹਾਂ ਦੇ 3 ਐਮਐਲਏ ਨੇ ਵਿਧਾਨ ਸਭਾ ਦੇ ਵਿੱਚ, ਔਰ ਜਿਹਦਾ ਗ੍ਰਾਫ ਮਤਲਬ ਬਿਲਕੁਲ ਖਤਮ ਹੋਣ ਤੇ ਕਿਨਾਰੇ ਆ ਗਿਆ, ਜਿਨ੍ਹਾਂ ਦੇ ਪ੍ਰਧਾਨ ਬਣਨ ਤੋਂ ਬਾਅਦ ਪਾਰਟੀ ਪਹਿਲੇ ਪ੍ਰਧਾਨ ਹੋਣਗੇ, ਜਿਨ੍ਹਾਂ ਦੇ ਪ੍ਰਧਾਨ ਬਣਨ ਤੋਂ ਬਾਅਦ ਪਾਰਟੀ ਖਤਮ ਹੋਣ ਵੱਲ ਵੱਧ ਰਹੀ ਹੈਗੀ। ਕੌਣ ਨੇ? ਸੁਖਬੀਰ ਸਿੰਘ ਬਾਦਲ ਤੋਂ ਡਰਨ ਦੀ ਕੀ ਲੋੜ ਆ? ਪਰ ਜੋ ਉਹਨਾਂ ਨੇ ਕ੍ਰਿਤੀਆਂ ਕੀਤੀਆਂ ਨੇ,
ਜੋ ਉਹਨਾਂ ਨੇ ਪੰਜਾਬ ਨੂੰ ਲੁੱਟਿਆ ਤੇ ਉਹਦੀ ਗੱਲ ਤਾਂ ਹੋਏਗੀ, ਉਹ ਚਾਹੇ ਫਿਰ ਸੁਖਬੀਰ ਸਿੰਘ ਬਾਦਲ ਦਾ ਨਾਮ ਲੈਣਾ ਪਵੇ ਚਾਹੇ ਕਿਸੇ ਹੋਰ ਦਾ ਨਾਮ ਲੈਣਾ ਪਵੇ। ਜਿਹੜੀ ਅਗਲੀ ਗੱਲ ਇਹ ਕਰਦੇ ਨੇ ਰਿਪੋਰਟ ਕਾਰਡ ਦੀ, ਦੇਖੋ 1 ਸਾਲ ਦੇ ਵਿੱਚ ਸਰਕਾਰ ਨੇ ਐਡੇ ਕੰਮ ਕਰਤੇ, ਸਰਕਾਰ ਨੇ 27000 ਲੋਕਾਂ ਨੂੰ ਨੌਕਰੀ ਦਿੱਤੀਆਂ, ਕੱਚੇ ਮੁਲਾਜ਼ਮ ਪੱਕੇ ਕਰਤੇ, ਠੀਕ ਹੈ ਜੀ। 1 ਕਰੋੜ ਰੁਪਇਆ ਸ਼ਹੀਦਾਂ ਨੂੰ ਸ਼ਹੀਦ ਫੰਡ ਦੇ ਨਾਮ ਦੇ ਉੱਤੇ ਜਾਰੀ ਕਰ ਰਹੀ ਹੈ ਸਰਕਾਰ, ਔਰ ਜਿਹੜਾ ਹੈਗਾ ਮੁਹੱਲਾ ਕਲੀਨਿਕ 500 ਤੋਂ ਉੱਪਰ ਬਣਾਏ ਗਏ ਨੇ, ਔਰ ਸਕੂਲਾਂ ਦੀ ਕਾਇਆ ਕਲਪ ਕੀਤੀ ਜਾ ਰਹੀ ਹੈ, ਔਰ 600 ਯੂਨਿਟ ਬਿਜਲੀ ਫ੍ਰੀ। ਅੱਜ 20200 ਕਰੋੜ ਰੁਪਏ ਦੀ ਸਬਸਿਡੀ ਜਿਹੜੀ ਹੈਗੀ ਸੀ ਉਹ PSPCL ਨੂੰ ਤੁਸੀਂ ਲੈ ਕੇ ਜਾਓਗੇ, ਆ ਦੇਖੋ ਤੁਹਾਡਾ ਬਿਜਲੀ ਦਾ ਬਿੱਲ ਜ਼ੀਰੋ ਆਇਆ ਸੀ, ਵੋਟ ਪਾਓ। ਬਿਲਕੁਲ ਲੋਕ ਆਪ ਮੁਹਾਰੇ ਹੀ ਵੋਟ ਪਾ ਰਹੇ ਨੇ, ਲੋਕ ਆਪ ਮੁਹਾਰੇ ਹੀ ਵੋਟ ਪਾ ਰਹੇ ਨੇ ਕਿ ਹਾਂਜੀ ਇਹ ਸਰਕਾਰ ਕੰਮ ਕਰ ਰਹੀ ਹੈ। ਭਗਵੰਤ ਮਾਨ ਸਿੰਘ ਜਿਹੜੇ ਮੁੱਖ ਮੰਤਰੀ ਨੇ, ਉਹਨਾਂ ਦੀ ਅਗਵਾਈ ਵਾਲੀ ਸਰਕਾਰ ਜਿਹੜੀ ਹੈਗੀ ਲਗਾਤਾਰ ਸੂਬੇ ਦੇ ਵਿੱਚ ਲੋਕਾਂ ਦੇ ਭਲੇ ਲਈ ਕੰਮ ਕਰ ਰਹੀ ਹੈ ਤੇ ਲੋਕ ਖੁਸ਼ ਨੇ ਇਸ ਗੱਲ। ਠੀਕ ਹੈ ਬਲਟੋਹਾ ਸਾਹਿਬ, ਚੰਨੀ ਮੈਂ ਤੁਹਾਡੇ ਕੋਲ ਆਉਣਾ। ਬਲਟੋਹਾ ਸਾਹਿਬ, ਜਿਹੜਾ ਤੁਸੀਂ ਜ਼ਿਕਰ ਕਰ ਰਹੇ ਹੋ, ਕਹਿੰਦੇ ਇੱਕ ਸਾਲ ਦਾ ਸਾਡੇ ਕੋਲ ਪੂਰਾ ਰਿਪੋਰਟ ਕਾਰਡ ਅਸੀਂ ਲੈ ਕੇ ਜਾਵਾਂਗੇ ਔਰ ਲੋਕਾਂ ਨੂੰ ਦੱਸ ਰਹੇ ਹਾਂ ਉਸ ਦੀ ਵਜ੍ਹਾ ਨਾਲ ਸਾਨੂੰ ਵੋਟ ਪੈਣੀ ਹੈ। ਦੇਖੋ ਗੌਰਵ ਜੀ, ਝੂਠਾ ਪ੍ਰਚਾਰ ਉਦੋਂ ਤੱਕ ਚੱਲਦਾ ਹੈ ਜਦ ਤੱਕ ਸੱਚਾਈ ਸਾਹਮਣੇ ਨਾ ਆਵੇ। ਉਹ ਗੁਰੂਓ, ਤੁਸੀਂ ਝੂਠਾ ਪ੍ਰਚਾਰ ਕਰ ਕਰਕੇ ਇੱਕ ਵਾਰ ਠੱਗੀ ਮਾਰ ਲਈ, ਹੁਣ ਨਹੀਂ ਵੱਜਣੀ। ਬੜਾ ਪ੍ਰਚਾਰ ਕੀਤਾ ਤੁਸੀਂ ਤਾਂ ਦਿੱਲੀ ਜਿਹੜਾ ਐਜੂਕੇਸ਼ਨ ਦਾ ਮਾਡਲ ਵੀ ਜਿਹੜਾ ਬੜਾ ਪ੍ਰਚਾਰਿਆ ਸੀਗਾ, ਤੇ ਅੱਜ ਮੇਰਾ ਖਿਆਲ ਤੁਹਾਡੀ ਜਿਹੜੀ ਆਤਸ਼ੀ ਹੈ ਐਜੂਕੇਸ਼ਨ ਮਿਨਿਸਟਰ, ਉਹਨੇ ਜਲੂਸ ਕੱਢਤਾ। ਪਤਾ ਨਹੀਂ ਤੁਹਾਂ ਵੀਡੀਓ ਦੇਖੀ ਕਿ ਨਹੀਂ ਦੇਖੀ ਹੋਣੀ ਹੈ। ਆਤਸ਼ੀ ਜੀ ਕੈਮਰਾ ਬੈਗ ਚ ਪਾ ਕੇ ਲੈ ਕੇ ਜਾਂਦੇ ਨੇ ਕਿ ਮੈਂ ਅੱਜ ਬੜਾ ਵੱਡਾ ਮਾਰਕਾ ਮਾਰ ਰਹੀ ਹਾਂ, ਉੱਥੇ ਜਾ ਕੇ ਨੰਗਿਆਂ ਕਰਦੇ ਨੇ ਤੁਹਾਡੇ ਦਿੱਲੀ ਐਜੂਕੇਸ਼ਨ ਮਾਡਲ ਦੀ, ਉਹਦਾ ਭੰਡਾ ਫੋੜਦੇ ਨੇ। ਔਰ ਇੱਕ ਇਹ ਦਾਅਵਾ ਕਰਦੇ ਗੌਰਵ ਜੀ, ਮੈਂ ਚੈਲੰਜ ਕਰਦਾ ਹਾਂ, ਇਹ ਕਹਿੰਦੇ ਆ ਕਿ ਜਿਹੜੇ ਦਿੱਲੀ ਦੇ ਸਕੂਲ ਉਹਨਾਂ 'ਚ ਚਪੜਾਸੀ ਦਾ ਬੱਚਾ ਵੀ ਉੱਥੇ ਪੜ੍ਹਦਾ ਤੇ IAS ਦਾ ਬੱਚਾ ਵੀ ਉੱਥੇ ਪੜ੍ਹਦਾ ਹੈ। ਇੱਕ ਸਾਬਤ ਕਰ ਦੇਣ। ਪਹਿਲੀ ਤਾਂ ਗੱਲ ਹੈ ਕਿ ਜਿੰਨੇ ਉੱਥੇ MLA ਨੇ, ਮੇਰਾ ਖਿਆਲ 67 ਹੈ, ਇਹਨਾਂ ਦਾ 63 ਹੈ, ਉਹਨਾਂ ਦਾ ਕੋਈ ਬੱਚਾ ਉੱਥੇ ਪੜ੍ਹਦਾ ਹੋਵੇ ਕਿ ਸਰਕਾਰੀ ਸਕੂਲ 'ਚ। ਹਾਂਜੀ, ਕੋਈ ਸ਼ਿਸ਼ੋਦੀਆ ਜੀ ਦੇ ਪਰਿਵਾਰ 'ਚ, ਕੋਈ ਆਦਸ਼ੀ ਜੀ ਦੇ ਪਰਿਵਾਰ 'ਚ, ਕੋਈ ਕੇਜਰੀਵਾਲ ਦੇ ਪਰਿਵਾਰ 'ਚ ਪੜ੍ਹਦਾ ਹੋਵੇ ਸਰਕਾਰੀ ਸਕੂਲਾਂ 'ਚ, ਦਿਖਾ ਦੇਣ, ਸਾਬਤ ਕਰ ਦੇਣ। ਐਵੇਂ ਹਵਾ 'ਚ ਗੱਲਾਂ ਕਰ ਦੇਣੀਆਂ, ਤਾਂ ਠਾਂ ਗੱਲਾਂ ਕਰੀ ਜਾਣੀਆਂ, ਜਿਸ ਤਰ੍ਹਾਂ ਆਪਣੇ ਭਗਵੰਤ ਮਾਨ ਹੋਰੀ ਕਰਦੇ ਹੁੰਦੇ ਸੀ, ਕਰਦੇ ਸੀ ਨਾ ਸਟੇਜਾਂ ਤੇ, ਕਿ ਜਦੋਂ ਵੱਡਿਆਂ ਦੇ ਕਾਫਲੇ ਲੰਘਦੇ ਆ ਤੇ ਫਿਰ ਉੱਤੇ ਕੀ ਕਰਦੇ ਆ, ਚੌਂ 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 ਚੋਰ ਚੋਰ। ਤੇ ਹੁਣ ਚੋਰ ਕੌਣ ਆ? ਗੁਰੂਓ, ਤੁਸੀਂ ਤੇ 800 ਦੀ ਥਾਂ ਤੇ 1200 ਬਣਾਤਾ, ਜਿਹੜਾ ਮੁੱਖ ਮੰਤਰੀ ਦੇ ਨਾਲ ਲਾਤੇ ਆ, ਜਿਹੜੇ ਗਾਰਡ ਲਾਤੇ ਜੇ 100 ਉਹਨਾਂ ਦੇ ਘਰ ਦੀਆਂ ਸਾਰੀਆਂ ਬੀਬੀਆਂ ਨੂੰ ਦੇਤੇ ਜੇ। ਹਾਂਜੀ, 100 ਦੇਤੇ ਜੇ। ਕਿਲੋ ਸੋਨਾ ਪਾਈ ਫਿਰਦੀਆਂ, ਕਿੱਥੋਂ ਆ ਗਿਆ? ਦਿਹਾੜੀਆਂ ਉਹ ਤਾਂ ਵੱਡੇ ਸਰਦਾਰ ਸੀ, ਚਲੋ ਪਾਪਾ ਪੰਜਾਬ ਦੇ ਵੱਡੇ ਸਰਦਾਰਾਂ ਚੋਂ ਆ ਬਾਦਲ ਪਰਿਵਾਰ। ਹਾਂਜੀ, ਮੇਰੀ ਇੱਕ ਮਿੰਟ ਗੌਰਵ ਜੀ, ਮੇਰੀ ਹੱਥ ਬਣ ਕੇ ਬੇਨਤੀ ਹੈ, ਇਹ ਕਹਿੰਦੇ ਕਿ ਦਰਦ ਜਾ ਕੇ ਪੁੱਛੋ ਲਤੀਫਪੁਰ ਦੇ ਲੋਕਾਂ ਨੂੰ, ਜਿਨ੍ਹਾਂ ਨੂੰ ਤੁਸੀਂ ਭਰੀ ਸਰਦੀ ਦੇ ਵਿੱਚ ਉਜਾੜਿਆ। ਹਾਂਜੀ, ਤੇ ਤੁਸੀਂ ਦਰਦ ਦੀ ਗੱਲ ਕਰਦੇ, ਤੁਹਾਨੂੰ ਕੀ ਪਤਾ ਦਰਦ ਕੀ ਹੁੰਦਾ? ਤੁਸੀਂ ਪੁੱਛੋ ਉਹਨਾਂ ਨੌਜਵਾਨਾਂ ਨੂੰ ਜਿਨ੍ਹਾਂ ਨੂੰ ਚੱਕ ਕੇ ਤੁਸੀਂ ਘਰਾਂ ਚੋਂ ਤੇ ਜੇਲ੍ਹਾਂ 'ਚ ਸੁੱਟਤਾ, ਤੇ ਜਦੋਂ ਕੌਮ ਨੇ, ਪੰਜਾਬ ਦੇ ਲੋਕਾਂ ਨੇ ਆਵਾਜ਼ ਉਠਾਈ ਤੇ ਫਿਰ ਤੁਹਾਨੂੰ ਰਿਹਾ ਕਰਨੇ ਪਏ। ਜੋ ਜਹਦਰ ਅਕਾਲ ਤਖਤ ਸਾਹਿਬ ਨੇ ਦਬਕਾ ਮਾਰਿਆ, ਹਾਂਜੀ, ਉਦੋਂ ਰਿਹਾ ਕਰਨੇ ਪਏ। ਚੱਕ ਕੇ ਤੁਸੀਂ NSA ਲਾ ਰਹੇ ਜੇ। ਇੱਕ ਮੈਂ ਦੱਸ ਦੇਵਾਂ ਕਰੋ ਜੀ, ਪੰਜਾਬ ਦਾ ਨੌਜਵਾਨ ਇਹਨਾਂ ਦੀ ਬਹੁਤ ਵੱਡੀ ਸ਼ਕਤੀ ਸੀ। ਅੱਜ ਪੰਜਾਬ ਦਾ ਨੌਜਵਾਨ ਇਹਨਾਂ ਤੋਂ ਨਿਰਾਸ਼ ਹੈ। ਅੱਜ ਨਿਰਾਸ਼ ਹੈ ਪੰਜਾਬ ਦਾ ਨੌਜਵਾਨ, ਖਾਸ ਕਰਕੇ ਸਿੱਖ ਨੌਜਵਾਨ, ਜਿਨ੍ਹਾਂ ਨੇ ਇਹਨਾਂ ਵਾਸਤੇ ਮਿਹਨਤ ਕੀਤੀ ਸੀ। ਠੀਕ ਹੈ ਬਲਟੋਹਾ ਜੀ, ਜਵਾਬ ਲੈ ਲਓ ਤੁਸੀਂ। ਦੇਖੋ, ਬਿਰਸਾ ਸਿੰਘ ਬਲਟੋਹਾ ਬੜੇ ਬਜ਼ੁਰਗ ਸਿਆਸਤਦਾਨ ਨੇ, ਮੈਨੂੰ ਲੱਗਦਾ, ਪਰ ਇਹਨਾਂ ਦੀ ਹੁਣ ਜਿਹੜੀ ਹੈਗੀ ਫਰਸਟ੍ਰੇਸ਼ਨ ਦਾ ਲੈਵਲ ਥੋੜਾ ਜਿਹਾ ਵੱਧ ਗਿਆ, ਕਿਉਂਕਿ ਕੁਝ ਬਜ਼ੁਰਗ ਨਹੀਂ ਗਾ ਮੈਂ, ਅਕਾਲੀ ਦਲ ਦੀ ਹਾਲਤ ਮੇਰੇ ਤੇ ਕਰੰਟ ਮੁੱਕਾ ਹੀ ਉਮਰ ਦੀ ਘਟ ਰਹੀ ਹੈ। ਆਪਾਂ ਪੋਲੀਟੀਕਲ ਪਾਰਟੀ ਦੇ ਤੌਰ ਦੇ ਉੱਤੇ ਨਹੀਂ ਮੈਂ ਨਿੱਜੀ ਨਹੀਂ ਹੋ ਰਿਹਾ, ਬਲਟੋਹਾ ਸਾਹਿਬ ਬੋਲ ਰਹੇ ਨੇ ਤੇ ਬਲਟੋਹਾ ਸਾਹਿਬ ਸ਼੍ਰੋਮਣੀ ਅਕਾਲੀ ਦਲ ਬੋਲ ਰਿਹਾ ਸੀ। ਇਹ ਸਮੇਂ ਨੇ ਲੋਕ ਇਹ ਸਮਝ ਰਹੇ। ਦੂਜੀ ਗੱਲ ਜਿਹੜੀ ਇਹਨਾਂ ਨੇ ਗੱਲ ਕਰੀ ਹੈ ਦਿੱਲੀ ਦੇ ਸਕੂਲਾਂ ਦੀ, ਕਿ ਦਿੱਲੀ ਦੇ ਸਕੂਲਾਂ ਦੇ ਚੈਲੰਜ ਕਰਦੇ ਨੇ ਕਿ ਦਿੱਲੀ ਦੇ ਸਕੂਲਾਂ ਦੇ ਵਿੱਚ ਕੋਈ ਵੀ ਕਿਸੇ ਵੀ MLA ਦੇ ਬੱਚੇ ਨਹੀਂ ਪੜ੍ਹਦੇ। ਬਲਟੋਹਾ ਸਾਹਿਬ, ਕਾਪੀ ਤੇ ਪੈਨ ਚੱਕ ਲਓ, ਨੋਟ ਕਰ ਲਓ ਨਾਮ MLA ਦਾ, ਤੇ ਨੋਟ ਕਰ ਲਓ ਉਹਨਾਂ ਦੀ ਵਿਧਾਨ ਸਭਾ, ਤੇ ਜੇ ਨਹੀਂ ਯਕੀਨ ਤਾਂ ਗੌਰਵ ਸ਼ੁਕਲਾ ਜੀ ਨੂੰ ਨਾਲ ਲੈ ਚੱਲਦੇ ਆ, ਕੈਮਰਾ ਲੈ ਚੱਲਦੇ ਆ, ਦਿੱਲੀ ਚੱਲਦੇ ਆ, ਹੁਣੀ ਡਿਬੇਟ ਬਾਅਦ ਚ ਕਰ ਲਾਂਗੇ। ਸਾਡੇ ਓਖਲਾ ਤੋਂ MLA ਅਮਾਨਤੁੱਲਾ ਖਾਨ ਦਿੱਲੀ ਵਕਫ ਬੋਰਡ ਦੇ ਚੇਅਰਮੈਨ ਨੇ, ਉਹਨਾਂ ਦੇ ਬੱਚੇ ਓਖਲਾ ਦੇ ਸਰਕਾਰੀ ਸਕੂਲ ਚ ਪੜ੍ਹਦੇ ਨੇ। ਨੋਟ ਕਰ ਲਓ, ਕਾਪੀ ਪੈਨ ਲੈ ਲਓ, ਲੋਕਾਂ ਨੂੰ ਗੁੰਮਰਾਹ ਨਾ ਕਰੋ। ਇਸ ਕਰਕੇ ਲੋਕਾਂ ਕੋਲ ਜਿਹੜੇ ਤੁਹਾਡਾ ਝੂਠ ਜਿਹੜਾ ਹੈਗਾ ਖਤਮ ਹੋ ਚੁੱਕਾ, ਕੁਝ ਨਹੀਂ ਹੈ, ਤੁਹਾਡੇ ਕੋਲ ਕੁਝ ਨਹੀਂ ਹੈ, ਠੀਕ ਹੈ, ਤੁਸੀਂ ਇੱਕ ਜਾਬਤਾ ਕਰ ਲਈ ਆਉਂਦੇ ਹੋ, ਤੁਸੀਂ ਆਪਣੀ ਪਾਰਟੀ ਦਾ ਪੱਖ ਰੱਖਣਾ ਰੱਖ ਲਓ, ਅੱਗੇ ਕਰੋ। ਨਹੀਂ ਕਰਦੇ। ਤੇ ਦੂਜੀ ਗੱਲ ਜਿਹੜੀ ਇਹ ਗੱਲ ਕਰਦੇ ਆ ਕਿ ਜੀ ਇਹਨਾਂ ਨੇ ਗੱਲ ਕਹੀ ਹੈ ਕਿ ਆਮ ਆਦਮੀ ਪਾਰਟੀ ਉਹ ਪਾਰਟੀ ਆ ਜਿਹੜੀ ਸੰਘਰਸ਼ ਚੋਂ ਨਿਕਲੀ ਹੋਈ ਪਾਰਟੀ ਆ। ਉਹਨਾਂ ਨੇ ਸਾਡਾ ਏਜੰਡਾ ਕਰਪਸ਼ਨ ਫਰੀ ਆ, ਸਾਡਾ ਏਜੰਡਾ ਸਕੂਲਾਂ ਨੂੰ ਸੁਧਾਰ ਕਰਨਾ, ਸਾਡਾ ਏਜੰਡਾ ਹੈਗਾ ਹੈਲਥ। ਤੁਹਾਡਾ ਜਲੰਧਰ ਜ਼ਿਮਨੀ ਚੋਣ ਦਾ ਏਜੰਡਾ ਕੀ ਹੈ? ਜਲੰਧਰ ਜ਼ਿਮਨੀ ਚੋਣ ਅੱਜ BJP ਦੇ ਪ੍ਰਵਕਤਾ ਗੱਲ ਕਰ ਰਹੇ ਸੀ। BJP ਦਾ ਅੱਜ ਮਹਿੰਗਾਈ ਸੈਂਟਰ ਦੇ ਵਿੱਚ ਕਿੰਨੀ ਆ? ਅੱਜ ਇਹਨਾਂ ਨੇ ਕਿਹੜੀ ਸਾਲ ਦੇ ਵਿੱਚ 2 ਕਰੋੜ ਨੌਕਰੀ ਦਿੱਤੀ?
ਇਹਨਾਂ ਨੇ ਲੋਕਾਂ ਲਈ ਕੀ ਕੀਤਾ? ਸਾਰਾ ਜਿਹੜਾ ਹੈਗਾ ਸਾਰੀ ਬੀਜੇਪੀ ਦੀ ਜੁਮਲੇਬਾਜ਼ੀ ਚੱਲ ਰਹੀ ਹੈ। ਬੀਜੇਪੀ ਫਿਰਕਾ ਪ੍ਰਸਤੀ ਦੀ ਜਾਤ ਪਾਤ ਦੀ ਰਾਜਨੀਤੀ ਕਰ ਰਹੀ ਹੈ। ਬਾਬਾ ਸਾਹਿਬ ਭੀਮ ਰਾਓ ਅੰਬੇਦਕਰ ਦੇ ਸੰਵਿਧਾਨ ਨੂੰ ਬੀਜੇਪੀ ਬਦਲਣ ਦੀ ਲਗਾਤਾਰ ਕੋਸ਼ਿਸ਼ ਕਰ ਰਹੀ ਹੈ, ਸਿਲੇਬਸਾਂ ਦੇ ਵਿੱਚੋਂ ਮਿਟਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਪਰ ਆਮ ਆਦਮੀ ਪਾਰਟੀ ਬਾਬਾ ਸਾਹਿਬ ਭੀਮ ਰਾਓ ਅੰਬੇਦਕਰ ਦੇ ਪਦ ਚਿੰਨ੍ਹਾਂ ਤੇ ਚੱਲਦੀ ਹੋਈ ਦਲਿਤਾਂ ਦੇ ਭਲੇ ਦੇ ਲਈ, ਸਾਰੇ ਆਮ ਲੋਕਾਂ ਦੇ ਭਲੇ ਦੇ ਲਈ ਕੰਮ ਕਰ ਰਹੀ ਹੈ। ਔਰ ਬਾਬਾ ਸਾਹਿਬ ਭੀਮ ਰਾਓ ਅੰਬੇਦਕਰ ਦੀ ਅੱਜ ਜਿਸ ਤਰੀਕੇ ਨਾਲ ਬਾਬਾ ਸਾਹਿਬ ਭੀਮ ਰਾਓ ਅੰਬੇਦਕਰ ਦੇ ਪਦ ਚਿੰਨ੍ਹਾਂ ਤੇ ਚੱਲਦੇ ਹੋਏ ਗਰੀਬ ਦੇ ਬੱਚਿਆਂ ਨੂੰ ਅੱਜ ਸਕੂਲਾਂ ਦੇ ਵਿੱਚ ਮੁਫਤ ਸਿੱਖਿਆ ਮਿਲ ਰਹੀ ਹੈ, ਤੇ ਇਹ ਬੀਜੇਪੀ ਨਹੀਂ ਕਰ ਸਕਦੀ। ਬੀਜੇਪੀ ਤਾਂ ਗਰੀਬਾਂ ਦੇ ਹੱਕ ਦੇ ਵਿੱਚ ਹੀ ਨਹੀਂ ਹੈਣੀ। ਬੀਜੇਪੀ ਨੇ ਤਾਂ ਦੇਸ਼ ਨੂੰ ਜਿਹੜਾ ਹੈਗਾ 2014 ਤੋਂ ਬਾਅਦ ਲਗਾਤਾਰ ਇਹਨਾਂ ਦੀ ਯਾਰੀ ਕਿਹਦੇ ਨਾਲ? ਅਡਾਨੀ ਨਾਲ, ਅੰਬਾਨੀ ਨਾਲ। ਇਹਨਾਂ ਨੂੰ ਤਾਂ ਸਿਰਫ ਦੋ ਇਹਨਾਂ ਦੇ ਕਮਾਊ ਪੁੱਤ ਜਿਹੜੇ ਹੈਗੇ ਨੇ ਉਹ ਯਾਦ ਆਉਂਦੇ ਆ। ਅਡਾਨੀ ਦੇ ਇਹਨਾਂ ਨੇ ਦੱਸੋ ਮੈਨੂੰ ਗਰੀਬਾਂ ਲਈ ਕੀ ਕੀਤਾ, ਦਲਿਤਾਂ ਲਈ ਕੀ ਕੀਤਾ? ਅੱਜ ਅਡਾਨੀ ਦੇ ਨਾਮ ਦੇ ਉੱਤੇ ਸਾਰੀ ਪਾਰਲੀਮੈਂਟ ਇੱਕ ਹੋਈ ਬੈਠੀ ਹੈ ਤੇ ਸਾਰੀ ਕਹਿੰਦੇ ਜੇਪੀਸੀ ਬਣਾਓ, ਜੇਪੀਸੀ ਬਣਾਓ, ਜੁਆਇੰਟ ਪਾਰਲੀਮੈਂਟਰੀ ਕਮੇਟੀ ਦੀ ਮੰਗ ਕਰ ਰਹੇ ਨੇ ਤੇ ਉਹਦੇ ਕਾਪਲੇ ਦੀ ਜਾਂਚ ਨਹੀਂ ਕਰਾ ਰਹੇ। ਤੇ ਅੱਜ ਬੀਜੇਪੀ ਲੈ ਕੇ ਇਹਨਾਂ ਨੂੰ ਤਾਂ ਸਾਡੇ ਕੈਂਡੀਡੇਟ ਦੀ ਗੱਲ ਕਰ ਰਹੇ ਨੇ। ਅਕਾਲੀ ਦਲ ਤੇ ਬੀਜੇਪੀ ਦਾ ਇਹ ਹਾਲ ਆ। ਪਹਿਲਾਂ ਚਰਨਜੀਤ ਸਿੰਘ ਅਟਵਾਲ ਜਿਹੜੇ ਹੈਗੇ ਸੀ ਉਹਨਾਂ ਨੂੰ ਅਕਾਲੀ ਦਲ ਨੇ ਬੀਜੇਪੀ ਚ ਭੇਜਤਾ, ਉਹਨਾਂ ਨੇ ਇਲੈਕਸ਼ਨ ਲੜੀ, ਇਲੈਕਸ਼ਨ ਲੜਨ ਤੋਂ ਬਾਅਦ ਫਿਰ ਦੁਬਾਰਾ ਉਹ ਅਕਾਲੀ ਦਲ ਦੇ ਵਿੱਚ ਚਲੇ ਗਏ। ਅੱਜ ਉਹਨਾਂ ਦੇ ਬੇਟੇ ਇਹਨਾਂ ਨੇ ਇੰਪੋਰਟ ਕਰ ਲਏ ਬਾਹਰੋਂ। ਇਹ ਸਾਨੂੰ ਤਾਂ ਕਹਿ ਰਹੇ ਨੇ ਇਹਨਾਂ ਦੇ ਕੈਂਡੀਡੇਟ ਕੀ ਨੇ, ਇਹਨਾਂ ਨੇ ਕੱਲ ਇਹਨਾਂ ਨੇ ਜੁਆਇਨ ਕਰਾਇਆ ਉਹਨਾਂ ਨੂੰ ਅਕਾਲੀ ਦਲ ਦੇ ਵਿੱਚੋਂ। ਇਹ ਅਸਲ ਵਿੱਚ ਮਿਲ ਕੇ ਗੇਮ ਖੇਡਦੇ ਨੇ, ਇੱਕ ਦੂਜੇ ਦੀ ਹੈਲਪ ਕਰਦੇ ਨੇ, ਚਾਹੇ ਸ਼ੁਰੂ ਤੋਂ ਲੈ ਕੇ ਚਾਹੇ ਕਿਸਾਨੀ ਬਿੱਲਾਂ ਤੋਂ ਲੈ ਕੇ ਅੱਜ ਤੱਕ ਜਿਹੜਾ ਹੈਗਾ ਅਕਾਲੀ ਦਲ ਦਾ ਵੀ ਚਿਹਰਾ ਨੰਗਾ ਹੋਇਆ। ਜਿੱਤ ਤਾਂ ਇੱਕ ਦੀ ਹੋਣੀ ਹੈ ਨਾ ਮਿੱਤਲ ਸਾਹਿਬ, ਜਿੱਤ ਤਾਂ ਇੱਕ ਦੀ ਹੋਣੀ ਹੈ। ਹੁਣ ਅਕਾਲੀ ਦਲ ਆਪਣੀ ਸੀਟ ਕਿਉਂ ਛੱਡੇਗਾ? ਲੋਕਾਂ ਨੂੰ ਮੈਂ ਤਾਂ ਥੋੜੀ ਪ੍ਰੈਕਟੀਕਲ ਗੱਲ ਕਰਦਾ ਇਹਨਾਂ ਦੀ ਗੇਮ। ਜੇ ਹੁਣ 2-3 ਲੋਕ ਇਕੱਠੇ ਹੋ ਕੇ ਕੋਈ ਕੰਮ ਕਰ ਵੀ ਰਹੇ ਹੋਣ, ਮੈਂ ਇੱਕ ਐਕਸਟ੍ਰੀਮ ਲੈਵਲ ਤੇ ਜਾ ਕੇ ਸੋਚ ਵੀ ਲਵਾਂ ਤਾਂ ਹੋਏਗਾ ਨਾ ਕਿ ਚਲੋ ਆਪਾਂ ਕੋਈ ਬਿਜ਼ਨਸ ਕਰ ਰਹੇ ਹਾਂ ਤਾਂ 30% ਸਾਰਿਆਂ ਦਾ ਫਾਇਦਾ ਹੋਏਗਾ। ਪਰ ਇੱਥੇ ਤਾਂ ਜੇ ਮਿਲੀ ਭੁਗਤ ਚਾਹੇ ਉਹ ਤੁਹਾਡੇ ਉੱਤੇ ਵੀ ਇਲਜ਼ਾਮ ਲੱਗਣ। ਗੱਲ ਇਹੀ ਹੈ ਕਿ ਫਿਰ ਇੱਕ ਜਿੱਤਣਾ ਤਾਂ ਇੱਕ ਨਹੀਂ ਹੈ ਨਾ। ਕੌਣ ਕਹੇਗਾ ਕਿ ਸਾਡੀ ਸੀਟ ਛੱਡ ਦਿਓ? ਲੋਕਾਂ ਨੂੰ ਪਤਾ ਹੈ ਕਿ ਅਕਾਲੀ ਦਲ ਤੇ ਬੀਜੇਪੀ ਅੰਦਰੋਂ ਇੱਕ ਨੇ, ਚਾਹੇ ਉਹ ਕਿਸਾਨੀ ਬਿੱਲਾਂ ਤੋਂ ਲੈ ਕੇ ਠੀਕ ਹੈ। ਮੈਂ ਬਿਲਡੋ ਸਾਹਿਬ ਦਾ ਰਿਐਕਸ਼ਨ ਹੋਊਗਾ, ਚੰਨੀ ਸਾਹਿਬ ਦਾ ਰਿਐਕਸ਼ਨ। ਤੁਹਾਨੂੰ ਲੱਗਦਾ ਹੈ ਕਿ ਜਲੰਧਰ ਇਲੈਕਸ਼ਨ ਦੇ ਵਿੱਚ ਮਹਿੰਗਾਈ ਇੱਕ ਵੱਡਾ ਮੁੱਦਾ ਹੋਏਗਾ? ਤੁਹਾਨੂੰ ਇਹ ਲੱਗ ਰਿਹਾ ਹੈ ਮਿੱਤਲ ਸਾਹਿਬ? ਬਿਲਕੁਲ ਮਹਿੰਗਾਈ, ਮੈਂ ਤਾਂ ਕਹਿ ਰਿਹਾ ਮਹਿੰਗਾਈ ਹੈ। ਪੈਟਰੋਲ ਦੀਆਂ ਡੀਜ਼ਲ ਦੀਆਂ ਕੀਮਤਾਂ, ਅੱਜ ਕੱਚੇ ਤੇਲ ਦੀ ਲਗਾਤਾਰ ਕੀਮਤ ਘਟ ਰਹੀ ਹੈ, ਪਰ ਜਿਹੜੀ ਸੈਂਟਰ ਦੀ ਸਰਕਾਰ ਆ ਉਹ ਲਗਾਤਾਰ ਤੇਲ ਦੀਆਂ ਕੀਮਤਾਂ ਵਧਾ ਰਹੀ ਹੈ, ਘਟਾ ਨਹੀਂ ਰਹੀਆਂ। ਉਹਦਾ ਜਿਹੜਾ ਅਸਰ ਆ ਉਹ ਗਰੀਬ ਵਰਗ ਤੇ ਪੈ ਰਿਹਾ, ਦਲਿਤ ਵਰਗ ਤੇ ਪੈ ਰਿਹਾ। ਠੀਕ ਹੈ, ਕਿਉਂਕਿ ਚੰਨੀ ਦੇਖੋ ਜਦੋਂ ਲੋਕ ਸਭਾ ਵਾਲੀ ਇਲੈਕਸ਼ਨਸ ਹੁੰਦੀਆਂ ਨੇ ਉਸ ਸਮੇਂ ਦੇਸ਼ ਦੇ ਜਿਹੜੇ ਵੱਡੇ ਮੁੱਦੇ ਨੇ ਉਹਨਾਂ ਦੇ ਉੱਤੇ ਵੀ ਵੋਟ ਹੁੰਦਾ ਹੈ। ਪੰਜਾਬ ਦੇ ਮੁੱਦਿਆਂ ਦੇ ਉੱਤੇ ਵੋਟ ਤਾਂ ਲਾਜ਼ਮੀ ਤੌਰ ਤੇ ਹੋਏਗਾ ਤੇ ਆਮ ਆਦਮੀ ਪਾਰਟੀ ਨੂੰ ਲੱਗਦਾ ਹੈ ਕਿ ਮਹਿੰਗਾਈ ਇੱਕ ਬਹੁਤ ਵੱਡਾ ਮੁੱਦਾ ਹੋਏਗਾ ਜਿਸ ਦੇ ਵਿੱਚ ਬੀਜੇਪੀ ਨੂੰ ਸਵਾਲ ਹੋਣਗੇ ਔਰ ਜਵਾਬ ਦੇਣੇ ਪੈਣਗੇ ਔਰ ਉਸ ਦਾ ਤੁਹਾਨੂੰ ਨੁਕਸਾਨ ਹੋ ਸਕਦਾ। ਦੇਖੋ ਹੋਰ ਗੱਲ ਇਹ ਹੈਗੀ ਹੈ ਕਿ ਪਹਿਲਾਂ ਤਾਂ ਮੇਰਾ ਵੀਰ ਇਹ ਦੱਸ ਦੇਵੇ ਕਿ ਜਿਹੜਾ 90 ਪੈਸੇ ਵੈਟ ਵਧਾਇਆ ਤੇਲ ਦੇ ਉੱਪਰ, ਸਰ ਗੱਲ ਪਤਾ ਕੀ ਉਹ ਕਿਉਂ ਵਧਾਇਆ ਇਹਨਾਂ ਨੇ? ਜੇ ਇਹਨਾਂ ਨੂੰ ਲੱਗਦਾ ਸੀ ਵੀ ਤੇਲ ਤਾਂ ਬਹੁਤ ਮਹਿੰਗਾ ਹੈ ਤੇ ਸਾਰੇ ਰੀਜ਼ਨ ਦੇ ਵਿੱਚੋਂ ਅਸੀਂ ਇੱਕ ਨੰਬਰ ਤੇ ਜਿਹੜਾ ਹੈਗਾ ਤੇਲ ਸਾਡੇ ਮਹਿੰਗਾ ਹੈਗਾ ਤੇ ਖਾਸ ਕਰਕੇ ਚੰਡੀਗੜ੍ਹ ਦੇ ਨੇੜੇ ਦਾ ਇਹਨਾਂ ਦੇ ਪੰਪ ਵੀ ਪਿੱਛੋਂ ਬੰਦ ਹੋ ਗਏ। ਤੇ ਇੱਕ ਦੂਜੀ ਹੋਰ ਗੱਲ ਮੈਨੂੰ ਦੱਸ ਦਿੰਦੇ ਆ, ਕਹਿੰਦੇ ਵੀ ਸਾਡੇ ਵਰਗਾ ਕੋਈ ਨਹੀਂ। ਤੁਸੀਂ ਇਹ ਦੇਖੋ ਅਸਾਮ ਵਰਗੀ ਸਟੇਟ ਜੀ ਜਿਹਦੇ ਵਿੱਚ 2026 ਚ ਇਲੈਕਸ਼ਨ ਹੋਣੀ ਹੈ ਜੀ, ਤੇ ਇਹ ਪਤਾ ਨਹੀਂ ਕਿਹੋ ਜਿਹੇ ਸੁਪਨੇ ਕੇਜਰੀਵਾਲ ਲੈ ਰਿਹਾ ਤੇ ਉਹਨਾਂ ਨੂੰ ਪੂਰੇ ਕਰਵਾ ਰਿਹਾ ਭਗਵੰਤ ਮਾਨ ਤੋਂ, ਤੇ ਉੱਥੇ ਸਾਰਾ ਲਾਮ ਲਸ਼ਕਰ ਜਾ ਰਿਹਾ ਹੈਗਾ। ਕਿੱਡੀ ਹਾਸੋਹੀਣੀ ਗੱਲ ਹੈ। ਤੇ ਜਿੱਥੇ ਕਰਨਾਟਕਾ ਦੇ ਵਿੱਚ 10 ਮਈ ਨੂੰ ਇਲੈਕਸ਼ਨ ਹੈ ਉੱਥੇ ਜਾਂਦੇ ਨੇ। ਤੇ ਜੇ ਇੰਨੇ ਹਰਮਨ ਪਿਆਰੇ ਨੇ ਤੇ ਇਹਨਾਂ ਦਾ ਇੰਨਾ ਵਧੀਆ ਮਾਡਲ ਹੈਗਾ ਜਿਹੜਾ ਦਿੱਲੀ ਦਾ ਮਾਡਲ ਇਹ ਪ੍ਰੀਚ ਕਰੀ ਜਾਂਦੇ ਨੇ ਟਾਈਮ ਐਂਡ ਅਗੇਨ, ਵਿਚ ਡੈਫੀਨਿਟਲੀ ਨੋ ਰੈਲੇਵੈਂਸ ਇਨ ਪੰਜਾਬ, ਕਿਉਂਕਿ ਨਾ ਪੰਜਾਬ ਇੱਕ ਸਿਟੀ ਸਟੇਟ ਹੈ ਤੇ ਨਾ ਹੀ ਪੰਜਾਬ ਦਾ ਕਿਸੇ ਵੀ ਤਰ੍ਹਾਂ ਦੇ ਨਾਲ ਦਿੱਲੀ ਦਾ ਕੋਈ ਮੇਲ ਹੈਗਾ। ਤੇ ਇਹ ਸਿਰਫ ਇੱਕ ਬੰਦੇ ਨੂੰ ਖੁਸ਼ ਕਰਨ ਵਾਸਤੇ ਸਾਰਾ ਜਿਹੜਾ ਸਿਸਟਮ ਹੈ ਹੈਲਥ ਦਾ ਤਹਿਸ-ਨਹਿਸ ਕਰਤਾ ਇਹਨਾਂ ਨੇ। ਔਰ ਜਿਹੜਾ ਸਿਸਟਮ ਚੱਲਦਾ ਸੀ PSC ਸੀਗਾ, ਡਿਸਪੈਂਸਰੀ ਸੀ, ਕਮਿਊਨਿਟੀ ਹੈਲਥ ਸੈਂਟਰ ਸੀ, ਉਹ ਬੰਦ ਕਰਕੇ ਤੇ ਨਵਾਂ ਸ਼ੁਰੂ ਕਰਤਾ। ਤੇ ਜੇ ਉਹ ਮੰਨ ਲਓ ਸਫਲ ਵੀ ਮੰਨ ਲਈਏ ਤੇ ਉਹ 500 ਲਾਤਾ ਤੇ ਚਾਹੇ 5 ਸਾਲਾਂ 'ਚ ਕਿੰਨਾ ਹੋ ਜਾਊਗਾ? 2500। ਤੇ ਸਾਡੇ ਕੋਲੇ 13000 ਪਿੰਡ ਨੇ ਤੇ 13000 ਹੀ ਮੁਹੱਲੇ ਚਾਹੀਦੇ ਨੇ, ਮੁਹੱਲਾ ਕਲੀਨਿਕ ਚਾਹੀਦੇ ਨੇ ਸ਼ਹਿਰਾਂ 'ਚ। ਉਹ 26000 ਦੀ ਵਾਰੀ ਕਦੋਂ ਆਏਗੀ? ਤੇ ਜਿਹੜੇ ਸਕੂਲ ਆਫ ਐਮੀਨੈਂਸ ਦੀ ਗੱਲ ਕਰਦੇ ਨੇ, ਅਜੇ ਤੱਕ ਇਹਨਾਂ ਨੇ ਪਿਛਲੀ ਸਰਦੀਆਂ ਦੀਆਂ ਜੋ ਵਰਦੀਆਂ ਨਹੀਂ ਦਿੱਤੀਆਂ ਤੇ ਜਿਹੜੀਆਂ ਬਾਕੀ ਜਿਹੜੀਆਂ ਸਹੂਲਤਾਂ ਹੈਗੀਆਂ ਨੇ ਗੱਲਾਂ ਕਰਦੇ। ਮੈਂ ਕਹਿੰਦਾ ਚਾਹੇ ਸਿੰਗਾਪੁਰ ਦੀ ਜਾ ਕੇ ਉਦੋਂ ਵੀ ਗਾਹ ਭੇਜ ਦੇਣ ਬੰਦਿਆਂ ਨੂੰ, ਪਰ ਗੱਲ ਇਹ ਹੈਗੀ ਹੈ ਪਹਿਲਾਂ ਸਕੂਲਾਂ ਦਾ ਕੋਈ ਜਿਹੜਾ ਸਟੈਂਡਰਡ ਹੈ, ਮਿਨੀਮਮ ਰਿਕੁਆਇਰਮੈਂਟ ਹੈਗੀ ਹੈ, ਬੈਂਚ ਚਾਹੀਦੇ ਆ, ਡੈਸਕ ਚਾਹੀਦੇ ਆ, ਨੌਲੇਜ ਚਾਹੀਦੀ ਆ, ਉਹ ਚੀਜ਼ਾਂ ਤਾਂ ਪ੍ਰੋਵਾਈਡ ਕਰਦੇ ਫਿਰ ਉਹਨੂੰ ਇੰਪਰੂਵ ਕਰ। ਜਿਹੜਾ ਪਹਿਲਾਂ ਦਾ ਸਿਸਟਮ ਹੈਗਾ ਉਹਨੂੰ ਤਹਿਸ-ਨਹਿਸ ਕਰੀ ਜਾਂਦੇ, ਜਿਹੜਾ ਚੱਲ ਰਿਹਾ ਉਹਨੂੰ ਵੀ ਬੰਦ ਕਰੀ ਜਾਂਦੇ। ਡਾਕਟਰ ਵੀ ਉੱਥੋਂ ਆ ਰਹੇ ਨੇ, ਉੱਥੇ ਵੀ ਮਰੀਜ਼ ਤੜਫੀ ਜਾਂਦੇ ਨੇ, ਇਹਨਾਂ ਦੇ ਵਿੱਚ ਵੀ ਤੜਫੀ ਜਾਂਦੇ। ਤੋ ਇਹਨਾਂ ਨੂੰ ਇਹ ਪਤਾ ਨਹੀਂ ਕੌਣ ਮੱਤ ਦੇਊਗਾ। ਇੰਨੀ ਐਮਚਿਓਰ, ਇੰਨੀ ਇਨਸੈਂਸਿਟਿਵ, ਇੰਨੀ ਇਨਐਕਸਪੀਰੀਅੰਸ ਸਰਕਾਰ। ਜੇ ਲੋਕਾਂ ਨੂੰ ਪਤਾ ਹੁੰਦਾ ਵੀ ਸਾਨੂੰ ਮਿਲੂਗੀ ਤਾਂ ਮਿਲ ਲਾ ਚਾਹੇ ਅੱਜ ਵੋਟਾਂ ਪਵਾ ਲੈਣ। ਜੇ ਇੰਨੇ ਕੌਨਫੀਡੈਂਟ ਹੈਗੇ ਤੇ ਫਿਰ ਪਤਾ ਲੱਗ ਜੂ ਕਿ ਦੁੱਧ ਦਾ ਦੁੱਧ, ਪਾਣੀ ਦਾ ਪਾਣੀ, ਇਹ ਕਿੱਥੇ ਖੜਦੇ ਹੈਗੇ। ਤੇ ਇਹ ਜਿਹੜੀ ਅਸਲੀ ਗੱਲ ਹੈਗੀ ਹੈ, ਇਹਨਾਂ ਤਿਲਾਂ ਦੇ ਵਿੱਚ ਬਿਲਕੁਲ ਤੇਲ ਨਹੀਂ ਹੈਗਾ।
ਜੋ ਲੋਕਾਂ ਦੀ ਬਦਕਿਸਮਤੀ ਸੀਗੀ ਤੇ ਜਿਹਦਾ ਜੋ ਭੁਗਤਾਨ ਲੋਕ ਠੀਕ ਹੈ, ਦੇ ਰਹੇ ਨੇ, ਚਲੋ, ਤੁਸੀਂ ਜੀ। ਪਿੰਡਾਂ 'ਚ ਜਾ ਕੇ ਦੇਖੋ, ਸੀ ਕਿਸੇ ਨਾਲ ਗੱਲ ਕਰਕੇ ਦੇਖੋ, ਜੀ। ਫਿਰ ਤੁਹਾਨੂੰ ਪਤਾ ਲੱਗੂਗਾ ਕਿ ਕੀ ਗੱਲ। ਇਹ ਹੁਣ ਗੱਲ ਕਰਦੇ ਨੇ ਸੈਂਟਰਲ ਗਵਰਨਮੈਂਟ ਦੀ 23 ਲੱਖ ਕਰੋੜ ਤੋਂ ਉੱਪਰ ਦਾ ਜਿਹੜਾ ਮੁਦਰਾ ਯੋਜਨਾ ਦੇ ਥੱਲੇ ਦਿੱਤਾ ਹੈਗਾ, ਤੇ ਟਾਇਲਟਸ ਕਿਹਨੇ ਬਣਾਈਆਂ, ਕਿਸਾਨ ਸਨਮਾਨ ਨਿਧੀ 'ਚ ਕਿਹਨੇ ਕੀਤਾ, ਹਾਊਸਿੰਗ ਕਿਹਨੇ ਕੀਤੀ, ਨਹੀਂ ਤੁਸੀਂ ਤਾਂ 2022 ਤੱਕ ਕਹਿੰਦੇ ਸੀ ਕਿਸਾਨਾਂ ਦੀ ਆਮਦਨ ਦੁੱਗਣੀ ਹੋ ਜੂ। 2022 ਤੱਕ ਕਹਿੰਦੇ ਸੀ ਕਿਸਾਨਾਂ ਦੀ ਆਮਦਨ ਦੁੱਗਣੀ ਹੋ ਜੂ। ਮੋਦੀ ਸਾਹਿਬ ਕਹਿ ਰਹੇ ਸੀ 2022 ਤੱਕ ਕਿਸਾਨਾਂ ਦੀ ਆਮਦਨ ਦੁੱਗਣੀ ਹੋ ਜੂ। ਦੱਸੋ ਕਿੰਨੇ ਕਿਸਾਨਾਂ ਦੀ ਆਮਦਨ ਦੁੱਗਣੀ ਹੋਈ ਹੈ, ਕਿੰਨੇ ਕਿਸਾਨਾਂ ਦਾ ਕਰਜ਼ਾ ਮਾਫ ਹੋਇਆ। ਕਿਸਾਨੀ ਅੰਦੋਲਨ ਦੇ ਦੌਰਾਨ 700 ਕਿਸਾਨ ਸੁਸਾਈਡ ਕਰ ਗਏ, ਤੁਸੀਂ ਉਹਨਾਂ ਲਈ ਕੀ ਕੀਤਾ? ਸੈਂਟਰ ਨੇ ਕਿਹੜੀ ਕੰਪਨਸੇਸ਼ਨ ਦਿੱਤੀ ਹੈ? ਇੱਕ ਕਰਕੇ ਲੋਕਾਂ ਤੱਕ ਗੱਲ ਪਹੁੰਚ ਸਕੇ। ਨਹੀਂ ਮੈਂ ਠੀਕ ਹੈ, ਤੁਹਾਡੀ ਗੱਲ ਪਹੁੰਚ ਗਈ ਹੋਏਗੀ। ਚਲਿਏ ਛੋਟੇ ਰਿਐਕਸ਼ਨ ਦੇ ਦਿਓ, ਸਮਾਂ ਬਹੁਤ ਘੱਟ ਹੈ, ਆਪਾਂ ਵਾਈਂਡ ਅਪ ਕਰਨਾ ਹੋਏਗਾ, ਕਨਕਲੂਜਨ ਵਾਲੇ ਪਾਸੇ ਵਧਣਾ। ਮੈਂ ਕਹਿ ਰਿਹਾ ਕਿ ਇਹ ਲੋਕਾਂ ਦੀ ਜਿਹੜੀ ਚਾਲਬਾਜ਼, ਲੋਕਾਂ ਨੂੰ ਗੁੰਮਰਾਹ ਕੀਤਾ ਸੀ, ਹੋ ਗਏ, ਪਰ ਹੁਣ ਨਹੀਂ ਹੋਣਾ। ਇਹ ਫਿਰ ਇਹਨਾਂ ਨੇ ਅੱਜ ਤੱਕ ਮਿਊਨਿਸਪਲ ਇਲੈਕਸ਼ਨ ਕਿਉਂ ਨਹੀਂ ਕਰਾਈ? ਕਰਾਉਣ ਹੁਣ, ਠੀਕ ਹੈ, ਫਿਰ ਪਤਾ ਲੱਗੂਗਾ ਵੀ ਅੱਜ ਕਿੱਥੇ ਜਾਇਆ, ਸ਼ਹਿਰਾਂ 'ਚ ਕਿੱਥੇ ਵਸਦੇ ਹੈਗੇ। ਤੋ ਇਹ ਇੱਕ ਜਿਹੜਾ ਡਰਾਮਾ ਕੀਤਾ ਸੀਗਾ, ਉਹ ਡਰਾਮਾ ਹੋ ਗਿਆ ਖਤਮ। ਭੈਣਾਂ ਦੇ ਪੈਸੇ ਕਿੱਥੇ ਚਲੇ ਗਏ? ਠੀਕ ਹੈ, 12-12 ਹਜ਼ਾਰ ਇੱਕ ਔਰਤ ਦੇ ਕਰਜ਼ਾਈ ਹੋ ਗਏ। ਜੀ।